ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਏਅਰ ਕੈਨੇਡਾ ਨੇ ਮੰਗੀ ਯਾਤਰੀ ਤੋਂ ਮਾਫੀ, ਨੇਤਰਹੀਣ ਔਰਤ ਨੂੰ ਸਫ਼ਰ ਤੋਂ ਟੋਕਿਆ। ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, CRS ਸਕੋਰ ਆਇਆ ਹੇਠਾਂ। ਸਸਕੈਚੁਆਨ ਦੇ ਵਿੱਚ ਭਾਰਤੀਆਂ ਦੀ ਆਬਾਦੀ ਵੱਧ, 12.5% ਦੀ ਆਬਾਦੀ ਇਮੀਗ੍ਰੈਂਟਸ ਦੀ। ਬ੍ਰਿਟਿਸ਼ ਕੋਲੰਬੀਆ ਤੋਂ ਮੌਸਮ ਦੀ ਚੇਤਾਵਨੀ ਜਾਰੀ, ਬਰਸਾਤ ਤੇ ਤੇਜ਼ ਹਵਾਵਾਂ ਦੀ ਚੇਤਾਵਨੀ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ। ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਗਿਆ, ਜਿੱਥੇ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਨੇ। ਖਾਸ ਗੱਲ ਇਹ ਵੀ ਰਹੀ ਕਿ CRS ਸਕੋਰ ਪਹਿਲਾਂ ਦੇ ਮੁਕਾਬਲੇ ਹੇਠਾਂ ਆਇਆ ਹੈ। ਇਸ ਵਾਰ ਦੇ ਡਰਾਅ ਦੇ ਵਿੱਚ 4000 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਐਕਸਪ੍ਰੈਸ ਐਂਟਰੀ ਦਾ ਜੋ ਤਾਜ਼ਾ ਡਰਾਅ ਕੱਢਿਆ ਗਿਆ, ਉਸ ਦੇ ਵਿੱਚ ਕੁਝ ਖਾਸ ਨਜ਼ਰ ਆਇਆ। ਇੱਕ ਖਾਸ ਸੀ CRS ਸਕੋਰ। ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਦੇ ਵਿੱਚ CRS ਸਕੋਰ ਹੇਠਾਂ ਆ ਗਿਆ, ਜੋ ਕਿ 496 ਦਰਜ ਕੀਤਾ ਗਿਆ। ਜੀ ਹਾਂ, 26 ਅਕਤੂਬਰ ਨੂੰ ਕੈਨੇਡਾ ਵੱਲੋਂ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। 6 ਜੁਲਾਈ ਤੋਂ ਬਾਅਦ ਇਹ 9ਵਾਂ ਡਰਾਅ ਹੈ ਜੋ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੱਢਿਆ ਗਿਆ। ਇਸ ਵਿੱਚ ਪਹਿਲਾਂ ਦੇ ਮੁਕਾਬਲੇ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ। ਕੁੱਲ 4750 ਉਮੀਦਵਾਰਾਂ ਦੀ ਕਿਸਮਤ ਜਾਗੀ, ਜਿਨ੍ਹਾਂ ਨੂੰ 496 ਸਕੋਰ ਦੀ ਜ਼ਰੂਰਤ ਰਹੀ। ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਨੇ, ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਸਨ। ਦੱਸ ਦਈਏ ਕਿ ਦਸੰਬਰ 2020 ਤੋਂ ਹੀ ਇਮੀਗ੍ਰੇਸ਼ਨ ਵਿਭਾਗ ਵੱਲੋਂ 18 ਮਹੀਨਿਆਂ ਵਾਸਤੇ ਐਕਸਪ੍ਰੈਸ ਐਂਟਰੀ ਦੇ ਸਾਰੇ ਪ੍ਰੋਗਰਾਮ ਰੋਕ ਦਿੱਤੇ। ਇਸ ਦਾ ਕਾਰਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਦੱਸਿਆ ਗਿਆ ਬੈਕਲੌਗ। ਜੀ ਹਾਂ, ਇਮੀਗ੍ਰੇਸ਼ਨ ਵਿਭਾਗ ਵੱਲੋਂ ਕਿਹਾ ਗਿਆ ਸੀ ਕਿ ਪਹਿਲਾਂ ਬੈਕਲੌਗ ਨੂੰ ਘੱਟ ਕੀਤਾ ਜਾਵੇਗਾ। ਇਸ ਕਾਰਨ ਹੀ ਉਹਨਾਂ ਵੱਲੋਂ 18 ਮਹੀਨੇ ਤੱਕ ਕੋਈ ਵੀ ਐਕਸਪ੍ਰੈਸ ਐਂਟਰੀ ਦਾ ਡਰਾਅ ਨਹੀਂ ਕੱਢਿਆ ਗਿਆ। ਪਰ ਅਜੇ ਤਾਜ਼ਾ ਅਪਡੇਟ ਵੀ ਇਹੀ ਦਿੱਤੀ ਜਾ ਰਹੀ ਹੈ ਕਿ ਬੈਕਲੌਗ ਕਾਫੀ ਜਮ੍ਹਾਂ ਹੋ ਚੁੱਕਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਂਝਾ ਕੀਤਾ ਜਾਵੇਗਾ, ਜਿੱਥੇ ਦੱਸਿਆ ਜਾਵੇਗਾ ਕਿ ਇੱਕ ਸਾਲ ਦੇ ਵਿੱਚ ਕਿੰਨੇ ਇਮੀਗ੍ਰੈਂਟਸ ਨੂੰ ਕੈਨੇਡਾ ਵਿੱਚ PR ਹਾਸਲ ਕਰਨ ਦਾ ਮੌਕਾ ਮਿਲੇਗਾ। ਉਧਰ ਦੂਜੇ ਪਾਸੇ ਵਿਭਾਗ ਵੱਲੋਂ ਲਗਾਤਾਰ ਬੈਕਲੌਗ ਦੇ ਬਾਰੇ ਵੀ ਅਪਡੇਟ ਜਾਰੀ ਕੀਤੀ ਜਾ ਰਹੀ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਬੈਕਲੌਗ ਅਜੇ ਵੀ ਵੱਧ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਫਾਈਲਾਂ ਦੇ ਉੱਪਰ ਜਲਦ ਫੈਸਲਾ ਸੁਣਾ ਦਿੱਤਾ ਜਾਵੇ। ਹਾਲ ਹੀ ਦੇ ਵਿੱਚ ਦੱਸਿਆ ਗਿਆ ਕਿ ਨਵੇਂ ਸਟਾਫ ਦੀ ਵੀ ਭਰਤੀ ਕੀਤੀ ਗਈ ਹੈ ਤਾਂ ਕਿ ਫਾਈਲਾਂ ਦੇ ਉੱਪਰ ਜਲਦ ਹੀ ਉਹਨਾਂ ਵੱਲੋਂ ਆਪਣਾ ਫੈਸਲਾ ਦੱਸ ਦਿੱਤਾ ਜਾਵੇ। ਏਅਰ ਕੈਨੇਡਾ ਵੱਲੋਂ ਆਪਣੇ ਇੱਕ ਯਾਤਰੀ ਨਾਲ ਕੁਝ ਅਜਿਹਾ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਮੁਆਫੀ ਮੰਗਣੀ ਪਈ ਹੈ। ਉਡਾਨ ਦੇ ਵਿੱਚ ਨੇਤਰਹੀਣ ਔਰਤ ਨੂੰ ਉਸਦੇ ਗਾਈਡ ਕੁੱਤੇ ਦੇ ਨਾਲ ਸਫ਼ਰ ਕਰਨ ਤੋਂ ਮਨਾ ਕਰ ਦਿੱਤਾ ਗਿਆ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਏਅਰ ਕੈਨੇਡਾ ਵੱਲੋਂ ਅਜਿਹਾ ਕਰਨ ਸੰਬੰਧੀ ਮੁਆਫੀ ਮੰਗੀ ਗਈ। ਏਅਰ ਕੈਨੇਡਾ ਵੱਲੋਂ ਕੁਝ ਅਜਿਹਾ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਮੁਆਫੀ ਮੰਗਣੀ ਪਈ। ਦਰਅਸਲ ਏਅਰ ਕੈਨੇਡਾ ਵੱਲੋਂ ਨੇਤਰਹੀਣ ਔਰਤ ਨੂੰ ਉਸਦੇ ਕੁੱਤੇ ਨਾਲ ਸਫ਼ਰ ਕਰਨ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਮੁਆਫੀ ਮੰਗੀ ਗਈ ਹੈ। ਜੀ ਹਾਂ, ਇੱਕ ਨੇਤਰਹੀਣ ਯਾਤਰੀ ਆਪਣੇ ਗਾਈਡ ਕੁੱਤੇ ਦੇ ਨਾਲ ਫਲਾਈਟ ਦੇ ਵਿੱਚ ਸਫ਼ਰ ਕਰਨਾ ਚਾਹੁੰਦੀ ਸੀ, ਪਰ ਏਅਰ ਕੈਨੇਡਾ ਵੱਲੋਂ ਅਜਿਹਾ ਨਾ ਕਰਨ ਦਿੱਤਾ ਗਿਆ। ਜਾਣਕਾਰੀ ਮੁਤਾਬਕ 49 ਸਾਲ ਦੀ ਡੈਨਾ ਅਮਰੀਕਾ ਦੇ ਮਿਨੀਸੋਟਾ ਦੇ ਵਿੱਚ ਰਹਿੰਦੀ ਹੈ। ਟੋਰਾਂਟੋ ਤੋਂ ਮਿਨੀਐਪਲਿਸ ਦੀ ਫਲਾਈਟ ਦੇ ਵਿੱਚ ਉਸਨੂੰ ਉਸਦੇ ਗਾਈਡ ਕੁੱਤੇ ਨਾਲ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਉਸਨੂੰ ਟੋਰਾਂਟੋ ਤੋਂ ਟ੍ਰੇਨ ਫੜਨੀ ਪਈ ਅਤੇ ਫਿਰ ਕਾਰ ਦੇ ਵਿੱਚ ਸਰਹੱਦ ਪਾਰ ਕਰਕੇ ਉਸਨੂੰ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ। ਇਸ ਸਾਰੇ ਸਫ਼ਰ ਦੇ ਵਿੱਚ ਉਸਨੂੰ ਕਾਫੀ ਪਰੇਸ਼ਾਨੀ ਹੋਈ ਤੇ ਉਸਨੂੰ $2000 ਦਾ ਵਾਧੂ ਖਰਚਾ ਵੀ ਕਰਨਾ ਪਿਆ। ਇਸ ਸਭ ਤੋਂ ਬਾਅਦ ਡੈਨਾ ਨੇ ਕਿਹਾ ਕਿ ਏਅਰ ਕੈਨੇਡਾ ਦੇ ਵਰਕਰਸ ਉਸ ਨਾਲ ਇਸ ਤਰ੍ਹਾਂ ਵਿਵਹਾਰ ਕਰ ਰਹੇ ਸਨ ਜਿਵੇਂ ਕੋਈ ਅਪਰਾਧੀ ਹੋਵੇ। ਉਸਨੇ ਕਿਹਾ ਕਿ ਏਅਰ ਕੈਨੇਡਾ ਦੇ ਏਜੰਟ ਨੇ ਉਸਦੀ ਬੇਟੀ ਨਾਲ ਗੱਲ ਕਰਨ ਦੀ ਤਰਜੀਹ ਦਿੱਤੀ, ਜਿਵੇਂ ਡੈਨਾ ਨੇਤਰਹੀਣ ਹੋਣ ਨਾਲ ਦਿਮਾਗੀ ਮਰੀਜ਼ ਵੀ ਹੋਵੇ। ਦੱਸ ਦਈਏ ਕਿ ਪੇਸ਼ੇ ਤੋਂ ਡੈਨਾ ਫਿਡੈਲਿਟੀ ਇਨਵੈਸਟਮੈਂਟਸ ਦੇ ਟੈਕ ਅਤੇ ਐਕਸੈਸਿਬਿਲਿਟੀ ਵਿਭਾਗ ਵਿੱਚ ਵਾਈਸ ਪ੍ਰੈਜ਼ੀਡੈਂਟ ਹੈ। ਉਹ ਅੱਖਾਂ ਦੀ ਕਿਸੇ ਬਿਮਾਰੀ ਕਾਰਨ ਬਚਪਨ ਤੋਂ ਹੀ ਨੇਤਰਹੀਣ ਹੈ। ਡੈਨਾ ਵੱਲੋਂ ਦੱਸਿਆ ਗਿਆ ਕਿ ਜਦੋਂ ਉਹ ਮਿਨੀਐਪਲਿਸ ਤੋਂ ਟੋਰਾਂਟੋ ਦੀ ਫਲਾਈਟ ਲੈ ਰਹੀ ਸੀ ਤਾਂ ਉਸਨੂੰ ਆਪਣੀ ਗਾਈਡ ਕੁੱਤੇ ਦੇ ਨਾਲ ਕੋਈ ਦਿੱਕਤ ਨਹੀਂ ਆਈ। ਉਸਨੇ ਕਿਹਾ ਕਿ ਉਸਨੂੰ ਚੈੱਕ-ਇਨ ਵੇਲੇ ਪੁੱਛਿਆ ਗਿਆ ਕਿ ਉਸਨੇ ਆਪਣੇ ਪਾਲਤੂ ਨੂੰ ਏਅਰਲਾਈਨ ਵਿੱਚ ਰਜਿਸਟਰ ਕੀਤਾ ਹੈ ਜਾਂ ਫਿਰ ਨਹੀਂ। ਇਸ ਤੋਂ ਬਾਅਦ ਡੈਨਾ ਨੇ ਜਵਾਬ ਦਿੱਤਾ ਨਹੀਂ, ਤਾਂ ਉਸਨੂੰ ਓਕੇ ਕਹਿ ਕੇ ਬੋਰਡਿੰਗ ਪਾਸ ਦੇ ਦਿੱਤਾ ਗਿਆ।
ਪਰ ਜਿਸ ਵੇਲੇ ਡੈਨਾ ਆਪਣੀ ਬੇਟੀ ਨਾਲ ਵਾਪਸ ਫਲਾਈਟ ਵਿੱਚ ਆ ਰਹੀ ਸੀ ਤਾਂ ਉਸ ਨੂੰ ਦੱਸਿਆ ਗਿਆ ਕਿ ਉਹ ਆਪਣੇ ਗਾਈਡ ਕੁੱਤੇ ਦੇ ਨਾਲ ਸਫ਼ਰ ਨਹੀਂ ਕਰ ਸਕਦੀ ਕਿਉਂਕਿ ਉਸਨੇ ਕੈਬਿਨ ਅੰਦਰ ਕੁੱਤੇ ਲਿਜਾਣ ਸੰਬੰਧੀ ਜ਼ਰੂਰੀ ਕਾਗਜ਼ੀ ਕਾਰਵਾਈ ਨਹੀਂ ਕੀਤੀ ਸੀ। ਸਸਕੈਚੁਅਨ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ ਜਿੱਥੇ ਪਤਾ ਚੱਲਿਆ ਕਿ ਆਬਾਦੀ ਦੇ ਵਿੱਚ ਜ਼ਿਆਦਾਤਰ ਵਾਧਾ ਭਾਰਤੀ ਅਤੇ ਫਿਲੀਪੀਨਸ ਦੀ ਆਬਾਦੀ ਦੇ ਵਿੱਚ ਦਰਜ ਕੀਤਾ ਗਿਆ ਹੈ। ਇਮੀਗ੍ਰੇਸ਼ਨ ਨਾਲ ਜੁੜਿਆ ਹੋਇਆ ਇੱਕ ਅੰਕੜਾ ਸਾਹਮਣੇ ਆਇਆ ਜਿੱਥੇ ਦੱਸਿਆ ਗਿਆ ਕਿ ਸਸਕੈਚੁਅਨ ਦੇ ਵਿੱਚ ਕਿਹੜੇ ਮੂਲ ਦੇ ਲੋਕਾਂ ਦੀ ਆਬਾਦੀ ਵੱਧ ਦਰਜ ਕੀਤੀ ਗਈ ਹੈ। ਕੈਨੇਡਾ ਵਿੱਚ ਪ੍ਰਵਾਸੀਆਂ ਦੀ ਆਬਾਦੀ ਪਹਿਲਾਂ ਦੇ ਮੁਕਾਬਲੇ ਵੱਧ ਰਹੀ ਹੈ। ਹੁਣ ਇਸ ਬਾਰੇ ਸਸਕੈਚੁਅਨ ਸੂਬੇ ਤੋਂ ਵੀ ਜਾਣਕਾਰੀ ਸਾਹਮਣੇ ਆਈ ਜਿੱਥੇ ਪਤਾ ਚੱਲਿਆ ਹੈ ਕਿ ਪ੍ਰਵਾਸੀ ਆਬਾਦੀ ਦੇ ਵਿੱਚ ਭਾਰਤੀ ਅਤੇ ਫਿਲੀਪੀਨ ਮੂਲ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਬਾਰੇ ਜੋ ਅੰਕੜਾ ਪੇਸ਼ ਕੀਤਾ ਗਿਆ ਉਸ ਮੁਤਾਬਕ ਇੱਥੇ ਸੂਬੇ ਵਿੱਚ ਕੁੱਲ ਆਬਾਦੀ ਵਿੱਚੋਂ 12.5% ਹਿੱਸਾ ਇਮੀਗ੍ਰੈਂਟਸ ਦਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਹੁਣ ਇਹ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਜਿਸ ਵਿੱਚ ਪਤਾ ਚੱਲਿਆ ਕਿ ਸਸਕੈਚੁਅਨ ਦੀ 12.5% ਆਬਾਦੀ ਜਾਂ ਤਾਂ ਪ੍ਰਵਾਸੀ ਹੈ ਜਾਂ ਫਿਰ ਪੀਆਰ। ਸੂਬੇ ਵਿੱਚ 1,37,615 ਲੋਕ ਜਾਣੀ ਕਿ 12.5% ਪ੍ਰਵਾਸੀ ਹਨ ਤੇ 1.4% ਜਾਣੀ ਕਿ 15,385 ਗੈਰ ਪੀਆਰ ਸਨ। ਇਸ ਤੋਂ ਇਲਾਵਾ ਪਤਾ ਚੱਲਿਆ ਹੈ ਕਿ ਬੁੱਢੀ ਹੋ ਰਹੀ ਆਬਾਦੀ ਅਤੇ ਘਟਦੀ ਜਨਮ ਦਰ ਦੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਯਕੀਨੀ ਤੌਰ ਤੇ ਆਬਾਦੀ ਦੇ ਵਾਧੇ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਸਸਕੈਚੁਅਨ ਅਤੇ ਕੈਨੇਡਾ ਵਿੱਚ ਇਮੀਗ੍ਰੈਂਟ ਆਬਾਦੀ ਅੰਦਰ ਹੋਰ ਵੀ ਵਾਧਾ ਹੋ ਸਕਦਾ ਹੈ। ਨਵੀਂ ਗਿਣਤੀ ਮੁਤਾਬਕ ਕੈਨੇਡਾ ਦੀ ਲਗਭਗ 1/4 ਆਬਾਦੀ ਜਾਂ ਤਾਂ ਪ੍ਰਵਾਸੀ ਨੇ ਜਾਂ ਫਿਰ ਪੀਆਰ। ਕੈਨੇਡਾ ਦੇ ਇਤਿਹਾਸ ਦੇ ਵਿੱਚ ਕੁੱਲ ਆਬਾਦੀ ਵਿੱਚੋਂ ਪ੍ਰਵਾਸੀ ਆਬਾਦੀ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਰਿਪੋਰਟ ਮੁਤਾਬਕ ਇਹ ਰੁਝਾਨ ਜਾਰੀ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਸਾਲ 2041 ਤੱਕ ਹੋਰ ਵੀ ਵਾਧਾ ਇਸ ਵਿੱਚ ਦਰਜ ਕੀਤਾ ਜਾਵੇਗਾ। ਸਸਕੈਚੁਅਨ ਦੇ ਮੌਜੂਦਾ ਇਮੀਗ੍ਰੈਂਟਸ ਵਿੱਚੋਂ 1/3 ਲੋਕ ਸਾਲ 2016 ਤੋਂ ਸਾਲ 2021 ਦਰਮਿਆਨ ਪਹੁੰਚੇ। ਸੂਬੇ ਦੀ ਕੁੱਲ ਆਬਾਦੀ 'ਚ ਪ੍ਰਵਾਸੀ ਆਬਾਦੀ ਇਹ ਰਿਕਾਰਡ ਅੰਕੜਾ ਹੈ। ਸਾਲ 2016 ਵਿੱਚ ਕੁੱਲ ਆਬਾਦੀ ਵਿੱਚੋਂ ਇਮੀਗ੍ਰੈਂਟਸ ਦੀ ਆਬਾਦੀ 10.5% ਸੀ। ਕੈਨੇਡਾ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਵਿੱਚੋਂ 62% ਦਾ ਜਨਮ ਏਸ਼ੀਅਨ ਮਹਾਦੀਪ ਦੇ ਵਿੱਚ ਹੋਇਆ। ਸਾਲ 1971 ਵਿੱਚ ਏਸ਼ੀਆਈ ਮੂਲ ਦੇ ਇਮੀਗ੍ਰੈਂਟਸ ਦੀ ਗਿਣਤੀ 12.1% ਸੀ ਅਤੇ ਸਾਲ 2021 ਦੇ ਵਿੱਚ ਇਹ ਵੱਧ ਕੇ 62% ਦਰਜ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਾਸਤੇ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕਈ ਥਾਵਾਂ ਤੇ ਤੇਜ਼ ਹਵਾਵਾਂ ਤੇ ਬਰਸਾਤ ਸੰਬੰਧੀ এনवायरमेंट ਕੈਨੇਡਾ ਵੱਲੋਂ ਵਾਰਨਿੰਗ ਜਾਰੀ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਹੁਣ ਕਿਹੜੇ ਹਿੱਸੇ ਪ੍ਰਭਾਵਿਤ ਹੋ ਰਹੇ ਨੇ, ਸਟ੍ਰੋਮ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਤੁਹਾਨੂੰ ਸਾਰੀ ਡਿਟੇਲ ਇਸ ਖਬਰ ਵਿੱਚ ਦੱਸਾਂਗੇ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੁਝ ਹਿੱਸਿਆਂ ਵਾਸਤੇ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਇਨ੍ਹਾਂ ਹਿੱਸਿਆਂ ਵਾਸਤੇ ਬਰਸਾਤ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ এনवायरमेंट ਕੈਨੇਡਾ ਵੱਲੋਂ ਜਾਰੀ ਕੀਤੀ ਗਈ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਕਈ ਖੇਤਰਾਂ ਵਿੱਚ ਇਸ ਸੀਜ਼ਨ ਦਾ ਪਹਿਲਾ ਸਟ੍ਰੋਮ ਨਜ਼ਰ ਆਵੇਗਾ। ਏਜੰਸੀ ਦੇ ਦੱਸਣ ਮੁਤਾਬਕ ਮੈਟਰੋ ਵੈਨਕੂਵਰ ਅਤੇ ਹੋਰ ਵੀ ਕਈ ਖੇਤਰ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਹਨ। ਕਈ ਥਾਵਾਂ ਦੇ ਉੱਪਰ 50 ਤੋਂ 70 ਮਿਲੀਮੀਟਰ ਤੱਕ ਬਰਸਾਤ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ ਖੇਤਰਾਂ ਦੇ ਵਾਸਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਗਈ। ਇਨ੍ਹਾਂ ਖੇਤਰਾਂ ਵਿੱਚ ਪੀਸ ਰਿਵਰ ਰੀਜਨ, ਬਰਕਲੀ ਵੈਲੀ, ਦ ਲੇਕ ਡਿਸਟ੍ਰਿਕਟ, ਈਸਟ ਵੈਨਕੂਵਰ ਆਈਲੈਂਡ, ਫਰੇਜ਼ਰ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਥਾਵਾਂ ਤੇ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਤੋਂ ਇਲਾਵਾ ਈਸਟ ਵੈਨਕੂਵਰ ਦੇ ਵਿੱਚ 90 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਇੰਨੀਆਂ ਤੇਜ਼ ਹਵਾਵਾਂ ਦੇ ਕਾਰਨ ਕੁਝ ਚੀਜ਼ਾਂ ਨੁਕਸਾਨੀਆਂ ਜਾ ਸਕਦੀਆਂ ਨੇ। ਕਈ ਥਾਵਾਂ ਤੋਂ ਦਰੱਖਤ ਵੀ ਉਖੜ ਸਕਦੇ ਨੇ। ਦੱਸ ਦਈਏ ਕਿ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਹਾਈਡਰੋ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਜਿੱਥੇ ਕੁਝ ਥਾਵਾਂ ਸੰਬੰਧੀ ਉਹਨਾਂ ਨੇ ਚੇਤਾਵਨੀ ਦਿੱਤੀ ਸੀ। ਹੁਣ ਮੌਸਮ ਸੰਬੰਧੀ ਲਗਾਤਾਰ এনवायरमेंट ਕੈਨੇਡਾ ਵੱਲੋਂ ਆਪਣੀ ਵੈਬਸਾਈਟ ਦੇ ਉੱਪਰ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪੈਟਰਿਕ ਬਰਾਊਨ ਨੂੰ $1 ਲੱਖ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ। ਇਹ ਕਦਮ ਕੰਜ਼ਰਵੇਟਿਵ ਪਾਰਟੀ ਚੁੱਕਣ ਜਾ ਰਹੀ ਹੈ। ਸੋਰਸਿਸ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਜਿੱਥੇ ਦੱਸਿਆ ਗਿਆ ਹੈ ਕਿ ਪੈਟਰਿਕ ਬਰਾਊਨ ਦੇ ਉੱਪਰ ਹੁਣ ਭਾਰੀ ਜੁਰਮਾਨਾ ਠੋਕਿਆ ਜਾ ਰਿਹਾ ਹੈ। ਇਸ ਦਾ ਕੀ ਕਾਰਨ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਪੈਟਰਿਕ ਬਰਾਊਨ ਦੇ ਉੱਪਰ $1 ਲੱਖ ਦਾ ਜੁਰਮਾਨਾ ਠੋਕਿਆ ਗਿਆ।
ਅਜਿਹਾ ਕੰਜ਼ਰਵੇਟਿਵ ਪਾਰਟੀ ਵੱਲੋਂ ਕੀਤਾ ਗਿਆ ਹੈ। ਵਿੱਤੀ ਨਿਯਮਾਂ ਦੇ ਉਲੰਘਣ ਦਾ ਹਵਾਲਾ ਪਾਰਟੀ ਵੱਲੋਂ ਦਿੱਤਾ ਗਿਆ, ਜਿਸ ਦੇ ਚੱਲਦਿਆਂ ਬਰਾਊਨ ਦੇ ਉੱਪਰ ਇੰਨਾ ਵੱਡਾ ਜੁਰਮਾਨਾ ਠੋਕਿਆ ਗਿਆ ਹੈ। ਹੁਣ ਇਸ ਬਾਰੇ ਸਾਰੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦੱਸਿਆ ਗਿਆ ਕਿ ਸਾਬਕਾ ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਪੈਟਰਿਕ ਬਰਾਊਨ ਨੂੰ ਵਿੱਤੀ ਗੜਬੜੀ ਦੇ ਮੁੱਦੇ ਦੇ ਉੱਪਰ ਪਾਰਟੀ ਵੱਲੋਂ ਜੁਰਮਾਨਾ ਲਗਾਇਆ ਜਾ ਰਿਹਾ ਹੈ। ਸੋਰਸਿਸ ਦੇ ਹਵਾਲੇ ਤੋਂ ਆਈ ਜਾਣਕਾਰੀ ਮੁਤਾਬਕ ਪੈਟਰਿਕ ਬਰਾਊਨ ਨੂੰ ਪਿਛਲੇ ਹਫ਼ਤੇ ਦੱਸਿਆ ਗਿਆ ਹੈ ਕਿ ਉਹਨਾਂ ਨੂੰ $1 ਲੱਖ ਦਾ ਜੁਰਮਾਨਾ ਹੋਵੇਗਾ। ਦੱਸ ਦਈਏ ਕਿ ਪੈਟਰਿਕ ਬਰਾਊਨ ਹਾਲ ਹੀ ਦੇ ਵਿੱਚ ਹੋਈਆਂ ਮਿਊਨਿਸਪਲ ਚੋਣਾਂ ਦੇ ਵਿੱਚ ਬਰੈਂਪਟਨ ਤੋਂ ਮੁੜ ਮੇਅਰ ਚੁਣੇ ਗਏ ਹਨ। ਦੱਸਣਯੋਗ ਹੈ ਕਿ ਪੈਟਰਿਕ ਬਰਾਊਨ ਨੂੰ ਲੀਡਰਸ਼ਿਪ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ ਸੀ। ਨਵੇਂ ਲੀਡਰ ਚੁਣੇ ਜਾਣ ਤੋਂ 2 ਮਹੀਨੇ ਪਹਿਲਾਂ ਪੈਟਰਿਕ ਬਰਾਊਨ ਨੂੰ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਤੋਂ ਬਾਹਰ ਕਰ ਦਿੱਤਾ ਗਿਆ। ਉਸ ਸਮੇਂ ਪਾਰਟੀ ਨੇ ਬਿਆਨ ਜਾਰੀ ਕੀਤਾ ਸੀ ਕਿ ਵਿੱਤੀ ਨਿਯਮਾਂ ਦੇ ਉਲੰਘਣ ਦੇ ਚੱਲਦਿਆਂ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ। ਪਾਰਟੀ ਵੱਲੋਂ ਉਸ ਸਮੇਂ ਕਿਹਾ ਗਿਆ ਸੀ ਕਿ ਬਰਾਊਨ ਨੂੰ ਅਯੋਗ ਠਹਿਰਾਉਣ ਦਾ ਫੈਸਲਾ ਉਸ ਦੀ ਚੀਫ ਰਿਟਰਨਿੰਗ ਅਫਸਰ ਦੀ ਸਿਫਾਰਿਸ਼ ਤੇ ਆਧਾਰਿਤ ਸੀ। ਇੱਕ ਵਿਵਾਦ ਖਤਮ ਹੋਣ ਦੀ ਅਪੀਲ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਅਧਿਕਾਰੀ ਕੋਲ ਬਰਾਊਨ ਨੂੰ ਹਟਾਉਣ ਦੀ ਸਿਫਾਰਿਸ਼ ਕਰਨ ਲਈ ਸਬੂਤ ਮੌਜੂਦ ਹਨ। ਉਨ੍ਹਾਂ ਨੇ ਕਿਹਾ ਸੀ ਕਿ ਸਬੂਤਾਂ ਦੇ ਵਿੱਚ ਬਰਾਊਨ ਵੱਲੋਂ 500 ਤੋਂ ਵੱਧ ਗੈਰ ਅਨੁਕੂਲ ਮੈਂਬਰਸ਼ਿਪ ਵੇਚਣ ਦੀ ਆਗਿਆ ਦੇਣ ਦੇ ਇਲਜ਼ਾਮ ਵੀ ਸ਼ਾਮਲ ਨੇ। ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਇੱਕ ਟਿੱਪਣੀ ਕੀਤੀ ਗਈ ਜਿਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਲੈਜਿਸਲੇਚਰ ਦੇ ਵਿੱਚ ਉਹਨਾਂ ਵੱਲੋਂ ਇੱਕ ਟਿੱਪਣੀ ਕੀਤੀ ਗਈ, ਜਿਸ ਤੋਂ ਬਾਅਦ ਹੁਣ ਕੀ ਹੈ ਪੂਰੀ ਜਾਣਕਾਰੀ, ਕੀ ਹੈ ਪੂਰਾ ਮਾਮਲਾ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਜੋ ਇੱਕ ਟਿੱਪਣੀ ਕੀਤੀ ਗਈ ਹੈ ਉਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਲੈਜਿਸਲੇਚਰ ਦੇ ਵਿੱਚ ਇਹ ਟਿੱਪਣੀ ਕੀਤੀ ਗਈ, ਜਿੱਥੇ ਇਹ ਟਿੱਪਣੀ ਲਿਬਰਲ ਮੈਂਬਰ ਪਾਰਲੀਮੈਂਟ ਦੇ ਉੱਪਰ ਕੀਤੀ ਗਈ ਹੈ। ਹੁਣ ਇਸ ਤੋਂ ਬਾਅਦ ਮੰਗ ਕੀਤੀ ਜਾ ਰਹੀ ਹੈ ਕਿ ਓਨਟਾਰੀਓ ਦੇ ਪ੍ਰੀਮੀਅਰ ਆਪਣਾ ਇਹ ਬਿਆਨ ਵਾਪਸ ਲੈਣ। ਕਿਸ ਬਿਆਨ ਦੀ ਗੱਲ ਕੀਤੀ ਗਈ ਹੈ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। Mr. Speaker, the member from Ottawa, he knows it's a federal inquiry. He lives there. He lives there. Into the federal government's use of the Federal Emergencies Act, not the Provincial Emergency Act. This is about the federal government. As much as a member wants to play politics and pretend that it's a provincial situation, as much as the member wants me to direct the police, he knows I don't direct the police. I don't direct municipal police. I don't direct provincial police. And I do not direct the RCMP. Top officials from the OPP that were running the operation in conjunction with the municipal police and the RCMP, in my opinion, they did an incredible job. But again, to the member from Ottawa, he knows it's a federal issue. He knows it's a federal inquiry, and that's up to the federal government, not up to the provincial government, up to the federal government. Supplementary question. Therein lies the problem. Exactly the same problem that happened last February. It's someone else's problem. It's not my problem. I'm not going to worry about it. And the problem is when it comes to public safety and people's security, it's all of our problem. And Speaker, the Premier was not there for the residents of the City of Ottawa. And Speaker, the Premier may win in court next week, but he's losing every single day in the court of public opinion. And I can remember 3 premiers in this province who, when they were called to testify, before a committee or through court, were there. Premier McGeechy, Premier Harris, Premier Wynne. As the public saw, I was out there non-stop speaking to the people. As the member of Ottawa, as his neighbors, he was hiding in his basement. Let me be very clear, this is a federal inquiry. And I love, Mr. Speaker, Come to order. I love that he uses previous premiers had to inquire. I got to remind him, he was part of the most politically corrupt government this province has ever. ਓਨਟਾਰੀਓ ਸੂਬੇ ਤੋਂ ਨਰਸਾਂ ਬਾਰੇ ਇੱਕ ਖਾਸ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਨਰਸਾਂ ਨੂੰ ਪ੍ਰੈਕਟਿਸ ਕਰਨ ਦੀ ਇਜਾਜ਼ਤ ਹੋਵੇਗੀ। ਲਾਇਸੈਂਸ ਦਾ ਵੀ ਜ਼ਿਕਰ ਕੀਤਾ ਗਿਆ, ਜਿੱਥੇ ਦੱਸਿਆ ਗਿਆ ਕਿ ਵਿਦੇਸ਼ ਤੋਂ ਜਿਹੜੀਆਂ ਨਰਸਾਂ ਲਾਇਸੈਂਸ ਲੈ ਕੇ ਆਉਣਗੀਆਂ ਉਹਨਾਂ ਨੂੰ ਸੂਬੇ ਵੱਲੋਂ ਕਿਹੜੀ ਰਾਹਤ ਦਿੱਤੀ ਜਾਵੇਗੀ। ਸਿਹਤ ਮੰਤਰੀ ਵੱਲੋਂ ਇਸ ਬਾਰੇ ਸਾਰੀ ਡਿਟੇਲ ਦੱਸੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੁਝ ਹਿੱਸਿਆਂ ਵਾਸਤੇ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਇਨ੍ਹਾਂ ਹਿੱਸਿਆਂ ਵਾਸਤੇ ਬਰਸਾਤ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਇਨਵਾਇਰਨਮੈਂਟ ਕੈਨੇਡਾ ਵੱਲੋਂ ਜਾਰੀ ਕੀਤੀ ਗਈ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਕਈ ਖੇਤਰਾਂ ਵਿੱਚ ਇਸ ਸੀਜ਼ਨ ਦਾ ਪਹਿਲਾ ਸਟਾਰਮ ਨਜ਼ਰ ਆਵੇਗਾ। ਏਜੰਸੀ ਦੇ ਦੱਸਣ ਮੁਤਾਬਕ ਮੈਟਰੋ ਵੈਨਕੂਵਰ
ਅਤੇ ਹੋਰ ਵੀ ਕਈ ਖੇਤਰ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਹਨ। ਕਈ ਥਾਵਾਂ ਦੇ ਉੱਪਰ 50 ਤੋਂ 70 ਮਿਲੀਮੀਟਰ ਤੱਕ ਬਰਸਾਤ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ ਖੇਤਰਾਂ ਦੇ ਵਾਸਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਗਈ। ਇਨ੍ਹਾਂ ਖੇਤਰਾਂ ਵਿੱਚ ਪੀਸ ਰਿਵਰ ਰੀਜਨ, ਬਰਕਲੀ ਵੈਲੀ, ਦ ਲੇਕ ਡਿਸਟ੍ਰਿਕਟ, ਈਸਟ ਵੈਨਕੂਵਰ ਆਈਲੈਂਡ, ਫ੍ਰੀਜ਼ਰ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਥਾਵਾਂ ਤੇ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਤੋਂ ਇਲਾਵਾ ਈਸਟ ਵੈਨਕੂਵਰ ਦੇ ਵਿੱਚ 90 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਇੰਨੀਆਂ ਤੇਜ਼ ਹਵਾਵਾਂ ਦੇ ਕਾਰਨ ਕੁਝ ਚੀਜ਼ਾਂ ਨੁਕਸਾਨੀਆਂ ਜਾ ਸਕਦੀਆਂ ਨੇ। ਕਈ ਥਾਵਾਂ ਤੋਂ ਦਰੱਖਤ ਵੀ ਉਖੜ ਸਕਦੇ ਨੇ। ਦੱਸ ਦਈਏ ਕਿ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਹਾਈਡਰੋ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ, ਜਿੱਥੇ ਕੁਝ ਥਾਵਾਂ ਸੰਬੰਧੀ ਉਹਨਾਂ ਨੇ ਚੇਤਾਵਨੀ ਦਿੱਤੀ ਸੀ। ਹੁਣ ਮੌਸਮ ਸੰਬੰਧੀ ਲਗਾਤਾਰ ਇਨਵਾਇਰਨਮੈਂਟ ਕੈਨੇਡਾ ਵੱਲੋਂ ਆਪਣੀ ਵੈਬਸਾਈਟ ਦੇ ਉੱਪਰ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਟੋਰਾਂਟੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 2 ਲੜਕੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਥਿਆਰ ਦੀ ਨੋਕ ਦੇ ਉੱਪਰ ਚੋਰੀ ਕੀਤੀ ਗਈ ਹੈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇੱਕ ਨੂੰ ਤਾਂ ਹਿਰਾਸਤ ਦੇ ਵਿੱਚ ਲਿਆ ਗਿਆ, ਪਰ ਦੂਜੇ ਦੀ ਭਾਲ ਅਜੇ ਜਾਰੀ ਹੈ। ਟੋਰਾਂਟੋ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧੀ ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਗਈ ਅਤੇ 17 ਸਾਲਾ ਲੜਕੇ ਨੂੰ ਹਿਰਾਸਤ ਦੇ ਵਿੱਚ ਲਿਆ। 17 ਸਾਲਾ ਲੜਕੇ ਵੱਲੋਂ ਫਾਰਮੇਸੀ ਰੋਬਰੀ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਜੇਨ ਸਟਰੀਟ ਦੇ ਨੇੜੇ ਜੋ ਇੱਕ ਫਾਰਮੇਸੀ ਹੈ, ਉੱਥੇ 2 ਲੜਕੇ ਦਾਖਲ ਹੋਏ। ਇਹਨਾਂ ਵਿੱਚੋਂ ਇੱਕ ਵੱਲੋਂ ਕਾਊਂਟਰ ਦੇ ਉੱਪਰ ਹਥਿਆਰ ਦਿਖਾਇਆ ਗਿਆ ਤੇ ਉਸ ਵੱਲੋਂ ਪੈਸੇ ਦੀ ਮੰਗ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਰ ਉੱਥੋਂ ਪੈਸਾ ਤੇ ਹੋਰ ਚੀਜ਼ਾਂ ਲੈ ਕੇ ਇਹ ਦੋਨੋਂ ਜਾਣੇ ਫਰਾਰ ਹੋ ਗਏ। ਇੱਕ ਚੋਰੀ ਦਾ ਵਾਹਨ ਫਾਰਮੇਸੀ ਦੇ ਨੇੜੇ ਇਹਨਾਂ 2 ਸਸਪੈਕਟਸ ਦਾ ਇੰਤਜ਼ਾਰ ਕਰ ਰਿਹਾ ਸੀ। ਫਿਲਹਾਲ ਅਜੇ ਇਹਨਾਂ ਲੜਕੀਆਂ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ, ਪਰ ਜਦੋਂ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਲੜਕੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਉਸ ਕੋਲੋਂ ਹਥਿਆਰ ਅਤੇ ਪੈਸਾ ਬਰਾਮਦ ਕੀਤਾ ਗਿਆ ਹੈ। ਜਿਹੜਾ ਸਸਪੈਕਟ ਹਿਰਾਸਤ ਦੇ ਵਿੱਚ ਲਿਆ ਗਿਆ ਉਸ ਉੱਪਰ ਚਾਰजेस ਵੀ ਲਗਾਏ ਗਏ ਨੇ। ਪੁਲਿਸ ਅਧਿਕਾਰੀਆਂ ਵੱਲੋਂ ਦੂਸਰੇ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ। ਉਸ ਦੀ ਪਹਿਚਾਣ ਦੱਸੀ ਗਈ ਹੈ, ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਉਸ ਦਾ ਕੱਦ 5 ਫੁੱਟ 8 ਇੰਚ ਦੇ ਨੇੜੇ ਹੈ ਤੇ ਉਸ ਦੀ ਉਮਰ 15 ਸਾਲ ਦੇ ਨੇੜੇ ਮੰਨੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਸਟੋਰ ਤੋਂ ਪਰਫਿਊਮ ਚੋਰੀ ਹੋ ਗਏ ਤੇ ਪੁਲਿਸ ਚੋਰਾਂ ਦੀ ਭਾਲ ਕਰ ਰਹੀ ਹੈ। ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਗਈਆਂ, ਪਰ ਸਸਪੈਕਟਸ ਦੇ ਬਾਰੇ ਅਜੇ ਬਹੁਤਾ ਕੁਝ ਪਤਾ ਨਹੀਂ ਲੱਗ ਸਕਿਆ। ਜੀ ਹਾਂ, ਜਾਣਕਾਰੀ ਮੁਤਾਬਕ ਹਜ਼ਾਰਾਂ ਡਾਲਰ ਦੇ ਪਰਫਿਊਮ ਚੋਰੀ ਕੀਤੇ ਗਏ ਨੇ, ਜਿਸ ਸੰਬੰਧੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ। ਪਰਫਿਊਮ ਚੋਰੀ ਦਾ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਪੁਲਿਸ ਪਰਫਿਊਮ ਚੋਰੀ ਕਰਨ ਵਾਲਿਆਂ ਦੀ ਭਾਲ ਕਰ ਰਹੀ ਹੈ। ਇਹ ਘਟਨਾ ਗੈਂਡਰ ਅਤੇ ਮੈਟਰੋ ਦੇ ਨਾਲ ਸੰਬੰਧਿਤ ਹੈ, ਜਿੱਥੇ ਹਜ਼ਾਰਾਂ ਡਾਲਰ ਦੀ ਕੀਮਤ ਦੇ ਪਰਫਿਊਮ ਚੋਰੀ ਕੀਤੇ ਗਏ। ਹੁਣ ਇਸ ਸੰਬੰਧੀ RCMP ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ 2 ਸਸਪੈਕਟਸ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਵੱਲੋਂ ਪਰਫਿਊਮ ਚੋਰੀ ਕੀਤੇ ਗਏ ਨੇ। ਇਹਨਾਂ ਦੋਹਾਂ ਵੱਲੋਂ ਡਰੱਗ ਮਾਰਟ ਤੋਂ ਚੋਰੀ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ $80,000 ਦੀ ਕੀਮਤ ਦੇ ਪਰਫਿਊਮ ਉਹਨਾਂ ਵੱਲੋਂ 24 ਅਕਤੂਬਰ ਵਾਲੇ ਦਿਨ ਚੋਰੀ ਕੀਤੇ ਗਏ। ਜਿਹੜੇ ਸਸਪੈਕਟਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ, ਉਹਨਾਂ ਬਾਰੇ ਡਿਸਕ੍ਰਿਪਸ਼ਨ ਵੀ ਦਿੱਤੀ ਗਈ ਹੈ। ਇਹਨਾਂ ਵਿੱਚੋਂ ਇੱਕ ਸਸਪੈਕਟ ਜੋ ਮੇਲ ਹੈ, ਉਸ ਦਾ ਕੱਦ 6 ਫੁੱਟ 6 ਇੰਚ ਦੇ ਕਰੀਬ ਦੱਸਿਆ ਜਾ ਰਿਹਾ ਹੈ ਤੇ ਉਸ ਵੱਲੋਂ ਬਾਹਰਲੇ ਐਕਸੈਂਟ ਦੇ ਵਿੱਚ ਗੱਲ ਕੀਤੀ ਜਾ ਰਹੀ ਸੀ। ਇੰਨਾ ਹੀ ਨਹੀਂ, ਪੁਲਿਸ ਨੂੰ ਸ਼ੱਕ ਹੈ ਕਿ ਉਹਨਾਂ ਵੱਲੋਂ ਕਈ ਹੋਰ ਥਾਵਾਂ ਦੇ ਉੱਪਰ ਵੀ ਇਸ ਤਰ੍ਹਾਂ ਦੇ ਮਾਮਲੇ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਹੁਣ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਚੋਰੀ ਕਰਨ ਵਾਲਿਆਂ ਦੀ ਭਾਲ ਜਾਰੀ ਹੈ। ਈਰਾਨ ਵਿੱਚ ਇਸ ਸਮੇਂ ਕੀ ਹਾਲਾਤ ਬਣੇ ਹੋਏ ਨੇ, ਇਸ ਬਾਰੇ ਮਿਨਿਸਟਰ ਜੌਲੀ ਵੱਲੋਂ ਵੀ ਡਿਟੇਲ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਰਿਪੋਰਟਰਸ ਦੇ ਨਾਲ ਗੱਲ ਕੀਤੀ ਗਈ, ਹੋਰ ਵੀ ਕਈ ਮੁੱਦਿਆਂ ਦਾ ਜ਼ਿਕਰ ਕੀਤਾ। ਈਰਾਨ ਦੇ ਵਿੱਚ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ, ਉਸ ਤੋਂ ਬਾਅਦ ਫੋਰਨ ਅਫੇਅਰ ਮਿਨਿਸਟਰ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕੀਤੀ ਹੈ, ਜਿੱਥੇ ਹਾਲਾਤਾਂ ਦੇ ਬਾਰੇ ਆਪਣਾ ਪੱਖ ਸਾਂਝਾ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈ ਮੁੱਦਿਆਂ ਦਾ ਜ਼ਿਕਰ ਫੋਰਨ ਅਫੇਅਰਸ ਮਿਨਿਸਟਰ ਕਰਦੇ ਹੋਏ ਦਿਖਾਈ ਦਿੱਤੇ ਨੇ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। We historically have
very much been involved in creating their their training and really making sure to empower them on the ground. What we're seeing right now is there is more help needed, and the Haitian police needs to be able to handle the gangs, which is not the case at this point. And so that's why the assessment team is in Haiti right now to see what's the level of organization of the Haitian police and what's the security situation. What does the Haitian government has in terms of tools to deal with the gangs that are funded? And so that is why we're looking at different options, but we want to make sure that we have the right assessment. And I've said it many times, it needs to be by and for Haitians. So we will be working with Haitians themselves, and we need to work also with many countries around the world to deal with this issue. And so I think that Canada has always been a very, very good friend to Haiti. We have strong relationship. Our police forces have strong relationship with Haiti also, because they've been there in the 90s, at the beginning of the 2000s, and we want to maintain them, and more than ever, Haiti needs us. And so, of course, we will play a role. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਏਅਰ ਕੈਨੇਡਾ ਨੇ ਮੰਗੀ ਯਾਤਰੀ ਤੋਂ ਮਾਫੀ, ਨੇਤਰਹੀਣ ਔਰਤ ਨੂੰ ਸਫ਼ਰ ਤੋਂ ਟੋਕਿਆ। ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, CRS ਸਕੋਰ ਆਇਆ ਹੇਠਾਂ। ਸਸਕੈਚੁਆਨ ਦੇ ਵਿੱਚ ਭਾਰਤੀਆਂ ਦੀ ਆਬਾਦੀ ਵੱਧ, 12.5% ਦੀ ਆਬਾਦੀ ਇਮੀਗ੍ਰੈਂਟਸ ਦੀ। ਬ੍ਰਿਟਿਸ਼ ਕੋਲੰਬੀਆ ਤੋਂ ਮੌਸਮ ਦੀ ਚੇਤਾਵਨੀ ਜਾਰੀ, ਬਰਸਾਤ ਤੇ ਤੇਜ਼ ਹਵਾਵਾਂ ਦੀ ਚੇਤਾਵਨੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ, ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।